ਆਪਾਂ ਵੇਖਾਂਗੇ ਪਹਿਲਾ ਕੁਰਿੰਥੀਆਂ 3 ਬਾਬ ਉਹਦਾ 16 वचन थोड़ा ਆਪਾਂ मनन करांगे। और जिन्हां दे कोल बाइबल आ वो बाइबल खोलना और पढ़ना उन्हां दी आशीष दा कारण। हाँ जी, जे मिलिया ते किस नूं पढ़ो। कि तुसी ये नहीं जानते जो तुसी परमेश्वर दी हैकल हो। कि तुसी ये नहीं जानते हो जो तुसी परमेश्वर दी हैकल हो। यानी कि तुसी इस गल दे बारे नहीं जानते कि तुसी रब दा मंदिर हो। हाँ जी, पढ़िए अगे। अते परमेश्वर दा आत्मा तुहाडे विच वसदा है। अते परमेश्वर दा आत्मा तुहाडे विच वसदा है। आमीन आमीन। कि तुसी नहीं जानते हो कि तुसी परमेश्वर दी हैकल हो और परमेश्वर दा आत्मा जिहड़ा आ किहदे विच वास करदा है? तुहाडे विच, साडे विच वास करदा है। आमीन आमीन। दे आर द टेंपल ऑफ गॉड। जे तुसी रब दा मंदिर हो, इस गल ते थोड़ा जिहा विचार करके देखो कि जे तुसी रब दा मंदिर हो, जे तुसी परमेश्वर दी हैकल हो कि तुहाडे विच आराधना प्रार्थना लगातार निकलदियां रहनियां चाहिए। आमीन। यानी कि परमेश्वर दे घर दे विच, परमेश्वर दे मंदिर दे विच आराधना प्रार्थना लगातार हुंदी रहनी चाहिए। ये खुदा दा कलाम दसदा आ, हत्थां दे बनाए होए मंदिरां दे विच मैं नहीं वास करदा, मेरा मंदिर तुसी, मैं तुहाडे विच आके वास कर रहा। अब जे तुसी खुदा दा मंदिर हो कि तुहाडे बोल खुदा दी प्रशंसा करते रहे, तुहाडा आत्मा परमेश्वर दी प्रशंसा करता रहे और तुहाडा दिल खुदा दी इबादत करता रहे, ते तुहाडा शरीर तनो ते मनो परमेश्वर दी वडियाई करता रहे। आमीन। क्यों? क्योंकि तुसी खुदा दा मंदिर हो। परमेश्वर दा आत्मा जिहड़ा आ तुहाडे विच रहिंदा आ और परमेश्वर दा आत्मा जिहड़ा आ तुहाडे विच वास करदा आ। अज आपां कुछ गल्लां दे लई ध्यान करना आ और ये वचन तुहाडे लई बेहतरी दा कारण बने। आमीन आमीन। हालेलुया हालेलुया। सो आपां इफिसियां दी पत्री और ओदा 2 अध्याय ओदा थोड़ा 21 वचन वेख लीजिए। गलातियां तो अगे आ, इफिसियां। हाँ जी। ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ। ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ। ਜਾਨੀ ਕਿ ਯਿਸੂ ਮਸੀਹ ਦੇ ਵਿੱਚ ਤੁਸੀਂ ਜੁੜਦੇ ਹੋ। ਯਿਸੂ ਮਸੀਹ ਦੇ ਵਿੱਚ ਜਦ ਤੁਸੀਂ ਆਉਂਦੇ ਹੋ ਤੇ ਪਰਮੇਸ਼ਵਰ ਦੇ ਵਿੱਚ ਜੁੜ ਕੇ ਇੱਕ ਇਮਾਰਤ, ਇੱਕ ਹੈਕਲ ਬਣ ਜਾਂਦੀ ਹੈ। ਪੂਰੇ ਵਰਲਡ ਦੀ ਕਲੀਸਿਆ ਜਿਹੜੀ ਆ ਉਹ ਇੱਕ ਹੈਕਲ ਤੇ ਇੱਕ ਪਰਮੇਸ਼ਵਰ ਦਾ ਮੰਦਿਰ ਬਣ ਜਾਂਦੀ ਹੈ ਤੇ ਪਰਮੇਸ਼ਵਰ ਉਹਦੇ ਵਿੱਚ ਆ ਕੇ ਨਿਵਾਸ ਸਥਾਨ ਬਣਾਉਂਦਾ ਹੈ। ਤੁਸੀਂ ਕੀ ਹੋ? ਰੱਬ ਦਾ ਮੰਦਿਰ ਹੋ। ਸੋ ਪਰਮੇਸ਼ਵਰ ਦੀ ਆਰਾਧਨਾ ਤੁਹਾਡੇ ਵਿੱਚੋਂ ਨਿਕਲਦੀ ਰਹਿਣੀ ਚਾਹੀਦੀ ਹੈ। परमेश्वर की महिमा तुहाडे विचों निकलती रहनी चाहिए। मैं तुहानूं दसदा कि तुहाडा विरोधी जिन्हों असीं लूसीफर कहने जब वो आके झाती मारे ते तुहाडे अंदर आराधना होंदी रहनी चाहिए, तुहाडे अंदर प्रार्थना होंदी रहनी चाहिए, तुसीं आत्मा दे विच भरे रहने चाहिए। जब वो तुहाडे अंदर झाती मारे या परमेश्वर दे मंदिर दे विच झाकण दी कोशिश करे ते उत्थे आराधना प्रार्थना बेनतियां चलदियां हन ते वैरी शैतान जिहड़ा आ तुहाडे विच स्थान ना बना सके।
ਤੁਹਾਡੇ ਵਿੱਚ ਪ੍ਰਵੇਸ਼ ਨਾ ਕਰ ਸਕੇ, ਉਹ ਉੱਥੋਂ ਪਿੱਛੇ ਮੁੜ, ਕਿਉਂਕਿ ਤੁਸੀਂ ਕੌਣ ਹੋ? ਤੁਸੀਂ ਪਰਮੇਸ਼ਵਰ ਦਾ ਮੰਦਰ, ਔਰ ਪਰਮੇਸ਼ਵਰ ਦਾ ਆਤਮਾ ਜਿਹੜਾ ਆ ਤੁਹਾਡੇ ਵਿੱਚ ਵਸਦਾ ਹੈ। ਪਰ ਜੇ ਪਰਮੇਸ਼ਵਰ ਦਾ ਮੰਦਰ ਟੁੱਟਾ ਹੋਇਆ ਆ ਤੇ ਉੱਥੇ ਇਬਾਦਤ ਕਿੱਥੇ ਹੋਣੀ? ਜੇ ਪਰਮੇਸ਼ਵਰ ਦਾ ਮੰਦਰ ਹੀ ਡਿੱਗਿਆ ਹੋਇਆ ਆ ਤੇ ਉੱਥੇ ਕਿੱਥੇ ਇਬਾਦਤ ਹੋਣੀ ਆ? ਯਾਨੀ ਕਿ ਜੇ ਤੁਸੀਂ ਵਿਸ਼ਵਾਸ ਦੇ ਵਿੱਚੋਂ, ਈਮਾਨ ਦੇ ਵਿੱਚੋਂ ਪਿੱਛੇ ਹਟੇ ਹੋਏ ਆ, ਜਾਂ ਵਿਸ਼ਵਾਸ ਦੇ ਵਿੱਚੋਂ ਤੁਸੀਂ ਕਮਜ਼ੋਰ ਹੋਏ ਪਏ ਆ, ਜਾਂ ਈਮਾਨ ਦੇ ਵਿੱਚੋਂ ਤੁਸੀਂ ਡਿੱਗੇ ਪਏ ਹੋਏ ਆ, ਤੇ ਫਿਰ ਕਿੱਥੇ ਉੱਥੇ ਪ੍ਰਾਰਥਨਾ ਆ? ਕਿੱਥੇ ਉੱਥੇ ਆਰਾਧਨਾ ਆ? ਕਿੱਥੇ ਉੱਥੇ ਪਵਿੱਤਰਤਾ ਆ? ਕਿ ਜਦ ਤੁਹਾਡਾ ਵੈਰੀ ਸ਼ਤਰੂ ਝਾਤੀ ਮਾਰ ਕੇ ਵੇਖਦਾ ਆ, ਉਹ ਕਹਿੰਦਾ ਮੰਦਰ ਤਾਂ ਟੁੱਟਾ ਪਿਆ ਆ, ਨਾ ਇੱਥੇ ਆਰਾਧਨਾ ਆ, ਨਾ ਇੱਥੇ ਪ੍ਰਾਰਥਨਾ ਆ, ਚਲੋ ਇਹਦੇ ਵਿੱਚ ਪ੍ਰਵੇਸ਼ ਕਰੋ। ਇਹ ਕਲਾਮ ਦੱਸਦਾ ਆ, ਸ਼ੈਤਾਨ ਭੁੱਖ ਦੇ ਸ਼ੀਂਹ ਦੇ ਵਾਂਗੂ ਫਿਰਦਾ ਆ, ਮੈਂ ਕਿਹਨੂੰ ਫਾੜ ਖਾਵਾਂ। ਔਰ ਜਿਸ ਮੰਦਰ ਦੇ ਵਿੱਚ ਆਰਾਧਨਾ ਨਹੀਂ, ਜਿਸ ਸਰੀਰ ਦੇ ਵਿੱਚ ਪਰਮੇਸ਼ਵਰ ਦੀ ਮਹਿਮਾ ਨਹੀਂ, ਪਰ ਉਸ ਸਥਾਨ ਦੇ ਉੱਤੇ ਫਿਰ ਪਰਮੇਸ਼ਵਰ ਦਾ ਰੂਹ ਨਹੀਂ, ਪਰਮੇਸ਼ਵਰ ਨਹੀਂ, ਉੱਥੇ ਸ਼ੈਤਾਨ ਆ ਕੇ ਕਬਜ਼ਾ ਕਰਦਾ। ਅਬ ਜੇ ਤੁਹਾਡਾ ਮੰਦਰ ਟੁੱਟ ਚੁੱਕਾ ਹੈ, ਜੇ ਤੁਹਾਡੀ ਇਮਾਰਤ ਡਿੱਗ ਚੁੱਕੀ ਆ, ਤੇ ਉਠੋ, ਇਮਾਰਤ ਨੂੰ ਖੜਾ ਕਰੋ। ਕਿੱਦਾਂ ਕਰੋਗੇ ਉਸ ਇਮਾਰਤ ਨੂੰ ਖੜਾ? ਪ੍ਰਕਾਸ਼ਿਤ ਵਾਕਿਆਂ ਦੇ ਵਿੱਚ ਲਿਖਿਆ ਹੋਇਆ ਆ, ਜਿੱਥੋਂ ਤੂੰ ਡਿੱਗਾ ਆ ਉੱਠ ਕੇ ਖਲੋ ਜਾ ਤੇ ਪਹਿਲੇ ਮੁਹੱਬਤ ਔਰ ਪਹਿਲੇ ਪਿਆਰ ਦੇ ਵਿੱਚ ਆ ਜਾ। ਯਾਨੀ ਕਿ ਆਪਣੇ ਗੁਨਾਹ ਦਾ, ਆਪਣੇ ਪਾਪਾਂ ਦਾ ਇਕਰਾਰ ਕਰ, ਤੌਬਾ ਕਰ। ਔਰ ਜੇ ਤੂੰ ਆਪਣੇ ਪਾਪਾਂ ਦਾ, ਗੁਨਾਹਾਂ ਦਾ ਇਕਰਾਰ ਕਰੇਗਾ, ਤੇ ਉਹ ਟੁੱਟੀ ਹੋਈ ਇਮਾਰਤ ਜਿਹੜੀ ਆ, ਉਹ ਟੁੱਟੀ ਹੋਈ ਹੈਕਲ ਜਿਹੜੀ ਆ, ਉਹ ਬਣਨੀ ਸ਼ੁਰੂ ਹੋ ਜਾਏਗੀ। ਔਰ ਜਦ ਉਹ ਟੁੱਟੀ ਹੋਈ ਇਮਾਰਤ, ਟੁੱਟੀ ਹੋਈ ਹੈਕਲ ਬਣਨਾ ਸ਼ੁਰੂ ਹੋ ਜਾਏਗੀ, ਤੇ ਪਰਮੇਸ਼ਵਰ ਦਾ ਆਤਮਾ ਉੱਥੇ ਕੰਮ ਕਰਨਾ ਸ਼ੁਰੂ ਹੋ ਜਾਏਗਾ। ਤੇ ਖੁਦਾ ਦਾ ਕਲਾਮ ਦੱਸਦਾ ਆ, ਤੁਸੀਂ ਖੁਦਾ ਦਾ ਕੀ ਹੋ? ਮੰਦਰ ਹੋ, ਔਰ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਆ। ਉਹ ਤੋਂ ਅੱਗੇ ਪੜੋ ਜੀ ਜਰਾ। ਭਾਈਆ, ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਵਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ। ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਵਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ। ਆਮੇਨ। ਜਿਵੇਂ ਇੱਕ ਮਕਾਨ ਇੱਟ ਦੇ ਨਾਲ ਇੱਟ ਜੋੜ ਕੇ ਬਣਾਇਆ ਜਾਂਦਾ ਆ, ਤਿਵੇਂ ਹੀ ਕਲੀਸਿਆ ਦੇ ਲੋਕ ਜਿਹੜੇ ਆ, ਉਹ ਇੱਕ ਦੂਸਰੇ ਦੇ ਨਾਲ ਜੁੜਦੇ ਜਾਂਦੇ ਆ, ਔਰ ਪਰਮੇਸ਼ਵਰ ਦੀ ਪਵਿੱਤਰ ਹੈਕਲ ਜਿਹੜੀ ਆ ਤਿਆਰ ਹੁੰਦੀ ਜਾਂਦੀ। ਆਮੇਨ। ਔਰ ਪੂਰੇ ਵਰਲਡ ਦੀ ਕਲੀਸਿਆ ਜਿਹੜੀ ਆ, ਉਹ ਇੱਕ ਦੂਸਰੇ ਦੇ ਨਾਲ ਮਿਲਦੀ ਜਾਂਦੀ ਆ ਮਸੀਹ ਯਿਸੂ ਦੇ ਵਿੱਚ, ਤੇ ਪਰਮੇਸ਼ਵਰ ਦੀ ਹੈਕਲ, ਪਰਮੇਸ਼ਵਰ ਦਾ ਮੰਦਰ, ਪਰਮੇਸ਼ਵਰ ਦਾ ਘਰ ਜਿਹੜਾ ਆ ਤਿਆਰ ਹੋ ਜਾਵੇ। ਕਿਉਂਕਿ ਖੁਦਾ ਦਾ ਕਲਾਮ ਦੱਸਦਾ, ਉਹ ਹੱਥਾਂ ਦੇ ਬਣਾਇਆ ਹੋਇਆ ਮੰਦਰਾਂ ਵਿੱਚ ਵਾਸ ਨਹੀਂ ਕਰਦਾ, ਮੇਰਾ ਮੰਦਰ ਤੁਸੀਂ ਹੋ। ਸੋ ਪਰਮੇਸ਼ਵਰ ਇੱਟਾਂ ਦੀਆਂ ਬਣਾਈਆਂ ਹੋਈਆਂ ਇਮਾਰਤਾਂ ਦੇ ਵਿੱਚ ਵਾਸ ਨਹੀਂ ਕਰਦਾ, ਤੁਹਾਡੇ ਵਿੱਚ ਵਾਸ ਕਰਦਾ ਹੈ। ਉਹ ਆਪਣੇ ਲੋਕਾਂ ਦੇ ਵਿੱਚ ਵਾਸ ਕਰਦਾ ਹੈ। ਔਰ ਆਪਾਂ ਇੱਕ ਵਚਨ ਥੋੜਾ ਹੋਰ ਵੇਖ ਲਈਏ, ਰੋਮੀਓ ਦਾ ਖੱਤ, ਉਹਦਾ 8 ਅਧਿਆਏ, ਉਹਦਾ 9ਵਾਂ ਵਚਨ ਥੋੜਾ ਦੇਖ ਲਈਏ। ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੋ। ਪਰ ਤੁਸੀਂ ਸਰੀਰਕ ਨਹੀਂ ਹੋ, ਪਰ ਤੁਸੀਂ ਆਤਮਿਕ ਹੋ। ਪਰ ਤਦੇ ਜੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੋਵੇ। ਪਰ ਜੇ ਤੁਹਾਡੇ ਵਿੱਚ ਪਰਮੇਸ਼ਵਰ ਦਾ ਆਤਮਾ ਵਸਦਾ ਹੋਵੇ। ਮੈਂ ਇਸ ਆਇਤ ਨੂੰ ਦੁਬਾਰਾ ਰਿਮੈਂਬਰ ਕਰਨਾ ਆ। ਇਹ ਆਇਤ ਨੂੰ ਚੰਗੀ ਤਰ੍ਹਾਂ ਸਮਝੋ, ਜਾਣੋ। ਔਰ ਜੇ ਤੁਸੀਂ ਇਸ ਆਇਤ ਨੂੰ ਚੰਗੀ ਤਰ੍ਹਾਂ ਸਮਝ ਗਏ, ਜਾਣ ਗਏ, ਤੇ ਪਰਮੇਸ਼ਵਰ ਦਾ ਤੁਸੀਂ ਮੰਦਰ ਆ, ਫਿਰ ਤੁਸੀਂ ਪਰਮੇਸ਼ਵਰ ਦਾ ਨਿਵਾਸ ਸਥਾਨ ਹੋ, ਪਰਮੇਸ਼ਵਰ ਦਾ ਘਰ ਹੋ ਤੁਸੀਂ। ਜਿਵੇਂ ਮਨੁੱਖ ਦੇ ਰਹਿਣ ਦੇ ਲਈ ਇੱਕ ਘਰ ਹੁੰਦਾ ਆ, ਔਰ ਉਹ ਆਪਣੇ ਘਰ ਦੇ ਵਿੱਚ ਆਉਂਦਾ ਆ ਤੇ ਵਿਸ਼ਰਾਮ ਕਰਦਾ ਹੈ, ਤਿਵੇਂ ਪਰਮੇਸ਼ਵਰ ਦੇ ਰਹਿਣ ਦੇ ਲਈ ਇੱਕ ਨਿਵਾਸ ਸਥਾਨ ਆ।
परमेश्वर दे लई एक पवित्र घर आ, और वो कौन हो? तुसी हो। और जे तुसी पवित्र हो, पवित्र आत्मा तुहाडे विच वास करदा आ, ते परमेश्वर तुहाडे विच आके डेरा लाउंदा है, क्योंकि तुसी कौन हो? परमेश्वर दा मंदिर हो। इस आयत नूं चंगी तरह समझ लो। दोबारा पढ़ो जरा बेटा। पर तुसी शारीरिक नहीं सगों आत्मिक हो। और पौलुस जिहड़ा आ इस स्थान दे उत्ते रोमिया दी कलीसिया नूं दसदा कहंदा तुसी शारीरिक नहीं हो, आत्मिक हो, क्योंकि तुसी परमेश्वर नूं पहल दित्ती आ। परमेश्वर दे विच अपने आप नूं समर्पण कीता आ, और अपनियां बुराइयां नूं त्याग दित्ता आ, अपने पापां नूं छड्ड दित्ता आ। और तुसी शारीरिक नहीं हो, आत्मिक हो। और तो अगली लाइन, पर तद जे परमेश्वर दा आत्मा तुहाडे विच वसदा होवे। तद आ एक लफ्ज़ जिहड़ा गौर करने वाला आ, तद जे खुदा दा आत्मा तुहाडे विच वसदा होवे। आमीन आमीन। जे खुदा दा आत्मा साडे विच वसदा आ, ते तद असीं खुदा दे मंदिर आ। जे खुदा दा आत्मा ही नहीं साडे विच वसदा, ਵੇਖਣ ਨੂੰ ਤਾਂ ਲੱਗਦਾ ਕਿ ਅਸੀਂ ਬੰਦਗੀ ਕਰਦੇ ਆ, ਵੇਖਣ ਨੂੰ ਤਾਂ ਲੱਗਦਾ ਕਿ ਅਸੀਂ ਵਚਨ ਪੜ੍ਹਦੇ ਆ, ਵੇਖਣ ਨੂੰ ਤਾਂ ਲੱਗਦਾ ਅਸੀਂ ਚਰਚ ਜਾਂਦੇ ਆ, ਵੇਖਣ ਨੂੰ ਤਾਂ ਲੱਗਦਾ ਅਸੀਂ ਰੋਜ਼ਾ ਰੱਖਦੇ ਆ, ਵੇਖਣ ਨੂੰ ਲੱਗਦਾ ਅਸੀਂ ਸਾਰੇ ਕੰਮ ਕਰਦੇ ਆ, ਵੇਖਣ ਨੂੰ ਲੱਗਦਾ ਆ, ਪਰ ਹੈ ਨਹੀਂ। ਉਹਦਾ ਇੱਕ ਹੋਰ ਲਫ਼ਜ਼ ਆ, ਉਹ ਆਰਾਧਨਾ ਕਰਦੇ ਆ ਪਰ ਆਰਾਧਕ ਹੈ ਨਹੀਂ ਆ। ਉਹ ईमानदार दसते आ पर ईमानदार है नहीं आ। वो अपने आप को परमेश्वर दे भगत दसते आ पर वो है नहीं आ। वो अपने आप को परमेश्वर दा मंदिर दसते आ पर है नहीं आ, क्योंकि मंदिर जिहड़ा है टुटिया पिया, इमारत जिहड़ी है डिगी हुई आ, क्योंकि तुसी तां विश्वास दे विचों डिगे होए आ, तुसी ईमान दे विचों डिगे होए आ। और जे तुसी ईमान दे विचों डिगे हुए आ, ते परमेश्वर दा आत्मा तुहाडे विच किवें वास करेगा? या फिर तुसी किवें कह सकदे हो कि मैं परमेश्वर दा मंदिर आ? अज 2-4 गल्लां तुहाडे नाल मैं शेयर करनियां आ, और ये वचन तुहाडे लई बेहतरी दा कारण बने यीशु मसीह दे नाम दे विच। आमीन। ये वचन तुहाडे लहू दे अंदर रच जाए यीशु मसीह दे नाम दे विच। आमीन। कहंदा तद जे परमेश्वर दा आत्मा तुहाडे विच वसदा। इत्थों ही पढ़ जा पुत्र। पर तद जे परमेश्वर दा आत्मा तुहाडे विच वसदा होवे, परंतु ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ, ਸੋ ਉਹ ਨਹੀਂ, ਉਹਦਾ ਨਹੀਂ ਹੈ। इस लाइन ਨੂੰ देखो, ਉਹ ਕੀ ਕਹਿ ਰਿਹਾ? ਜਿਹਦੇ ਵਿੱਚ ਪਰਮੇਸ਼ਵਰ ਦਾ ਆਤਮਾ ਨਹੀਂ ਆ, ਉਹ ਪਰਮੇਸ਼ਵਰ ਦਾ ਹੈ ਨਹੀਂ। ਜਿਹਦੇ ਵਿੱਚ ਖੁਦਾ ਦਾ ਰੂਹ ਨਹੀਂ ਆ, ਉਹ ਪਰਮੇਸ਼ਵਰ ਦਾ ਹੈ। ਇਸ ਲਈ ਕਿਸੇ ਦੀ ਪਰਖ ਕਰਨ ਤੋਂ ਪਹਿਲਾਂ ਆਪਣੇ ਆਪ ਦੀ ਪਰਖ ਕਰਕੇ ਦੇਖੋ, ਆਪਣੇ ਆਪ ਦੀ ਜਾਂਚ ਕਰਕੇ ਵੇਖੋ, ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਂਚ ਲਓ, ਆਪਣੇ ਆਪ ਨੂੰ ਚੰਗੀ ਤਰ੍ਹਾਂ ਪਰਖ ਲਓ। ਕੀ ਪਰਖ ਕਰੀਏ ਕਿ ਮੇਰੇ ਵਿੱਚ ਖੁਦਾ ਦਾ ਰੂਹ ਹੈ ਕਿ ਨਹੀਂ? ਪਰਮੇਸ਼ਵਰ ਦਾ ਆਤਮਾ ਮੇਰੇ ਵਿੱਚ ਵਾਸ ਕਰਦਾ ਕਿ ਨਹੀਂ? ਮੈਂ ਪਰਮੇਸ਼ਵਰ ਦਾ ਮੰਦਰ ਹਾਂ ਕਿ ਨਹੀਂ? ਜੇ ਤੁਸੀਂ ਪਰਮੇਸ਼ਵਰ ਦਾ ਮੰਦਰ ਹੋ ਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ। ਆਮੀਨ ਆਮੀਨ। ਹਾਲੇਲੂਇਆ ਹਾਲੇਲੂਇਆ। ਪਰ ਜੇ ਤੁਸੀਂ ਪਰਮੇਸ਼ਵਰ ਦਾ ਮੰਦਰ ਹੋ ਤੇ ਤਦ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ। ਜੇ ਆਤਮਾ ਹੀ ਹੈ ਨਹੀਂ ਹੈ ਤਾਂ ਤੁਸੀਂ ਫਿਰ ਪਰਮੇਸ਼ਵਰ ਦਾ ਮੰਦਰ ਵੀ ਨਹੀਂ। ਯਾਨੀ ਕਿ ਇਮਾਰਤ ਡਿੱਗੀ ਹੋਈ ਹੈ, ਇਮਾਰਤ ਢੱਠੀ ਹੋਈ ਹੈ। ਜਦ ਅਸੀਂ ਪੁਰਾਣਾ ਨੇਮ ਪੜ੍ਹਦੇ ਹਾਂ ਤੇ ਉੱਥੇ ਸਾਨੂੰ ਪਤਾ ਲੱਗਦਾ ਆ ਕਿ ਯਰੂਸ਼ਲਮ ਮੰਦਰ ਜਿਹੜਾ ਸੀਗਾ ਟੁੱਟਾ ਹੋਇਆ ਸੀ, ਔਰ ਯਰੂਸ਼ਲਮ ਦੇ ਮੰਦਰ ਦੇ ਵਿੱਚ ਇਬਾਦਤ ਨਹੀਂ ਸੀਗੀ। ਉਹਦੇ ਫਾਟਕ ਅੱਗ ਦੇ ਨਾਲ ਸੜੇ ਹੋਏ ਸੀਗੇ, ਔਰ ਉਹਦੀਆਂ ਕੰਧਾਂ ਢੱਠੀਆਂ ਪਈਆਂ ਸੀਗੀਆਂ, ਔਰ ਉੱਥੇ ਪੂਰੀ ਤਰ੍ਹਾਂ ਵੀਰਾਨੀ ਫੈਲੀ ਹੋਈ ਸੀ।
परमेश्वर का सेवक जब उत्थे गया ते उसने चारे पासे निगाह मारी ते सब कुछ वीरान पिया सीगा। ते नेहमिया ने खुदा दे अगे घुटने टेके और प्रार्थना की और उसने परमेश्वर को आख्या, हे परमेश्वर, तेरा भवन उजड़िया पिया, उहदियां कंधां ढट्ठियां पईयां आ, उहदे फाटक ढट्ठे पए आ, वो पूरी तरह वीरान हो चुकिया है। खुदा मैनू बल दे कि मैं तेरी इमारत को बनावां, मैं उहदियां यरूशलेम दियां कंधां खड़ियां करां। खैर मैं नहमिया के बारे ज्यादा तुहानूं नहीं दसना, मैं इहो गल तुहानूं दसनी आ कि नहमिया ने कुछ लोकां नूं नाल लिया और खुदा दे अगे दुआ की और खुदा नूं कहा, परमेश्वर मेरे प्रार्थना दे उत्ते तेरे कान लगे रहन ते तेरियां अखां खुलियां रहन। कि आदि राज परमेश्वर मैनू बल दे कि मैं इस इमारत नूं खड़ा कर और ये यरूशलेम मंदिर जिहड़ा है तैयार हो जाए और इत्थे वीरान घर जिहड़ा है आबाद हो जाए। ये नहमिया की प्रार्थना सी। आदिराज परमेश्वर ने सुनिया ते नहमिया नूं बल दिता और उसने ओदे फाटकां नूं बनाया और उस दियां कंधां नूं खड़ा कीता ते उत्थे खुदा दी प्रशंसा। आमीन। ते जे तुहाडीआं इमारतां डिग चुकीआं हैं, उन्हां नूं खड़ा करो। जे तुसीं विश्वास दे विच डिग चुके हो ते परमेश्वर दे चरनां दे विच चले जाओ और परमेश्वर नूं कहो, परमेश्वर मैं ईमान दे विचों डिग चुका हां, मैं विश्वास दे विचों डिग चुका हां, मेरा आ गुनाह आ, मेरा आ पाप आ, मैं मनदा हां और मैं छड्ड देना। क्योंकि खुदा दा कलाम दसदा है कि हत्थां दे बनाया होया मंदिरां विच मैं नहीं वास करदा, मेरा मंदिर तुसीं हो। परमेश्वर ने तुहाडे विच वास करना। ते जे खुदा दा रूह तुहाडे विच आ ते तुसीं खुदा दे मंदिर हो, ते जे खुदा दा रूह ही तुहाडे विच नहीं आ फिर तुसीं खुदा दा मंदिर नहीं हो, केवल तुसीं दिखावटी हो। और बहुत सारे लोग जिहड़े आ अज दिखावटी आ, उन्होंने ताना बाना ते यीशु दा बुनिया होया आ, यीशु दा नाम भी उन्हां दे मूंह दे विच आ, प्रार्थना भी उन्हां दे कोल हैगी आ, पर परमेश्वर उन्हां दे प्रार्थना दा उत्तर उन्हां नूं नहीं देंदा। क्योंकि वह मसीह दे विच कायम नहीं आ और वह इमारतां डिगियां पईयां, यानी कि वह विश्वास दे विच गिरे हुए आ और तौबा नहीं करना चाहते और मुड़ना नहीं चाहते, वो अपने पाप नूं छड्डना नहीं चाहते। और जिदन वो मुड़ आउणगे परमेश्वर उन्हां दे उत्ते बहाली करेगा। आमीन। अथवा कि तुसीं ਇਹ नहीं जाणदे ਭਾਈ ਤੁਹਾਡੇ ਦੇ ਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ਰ ਦੀ ਵੱਲੋਂ ਮਿਲੀ ਹੈ, ਜਿਹੜੀ ਤੁਹਾਨੂੰ ਪਰਮੇਸ਼ਰ ਦੇ ਵੱਲੋਂ ਮਿਲੀ ਹੈ। ਆਮੀਨ। हालेलुया। अपना हाथ उठाइए और धन्यवाद करिए। यानी कि ये देह जिहड़ी आ, ये जिस्म जिहड़ा आ किहदे तो मिलिया सानू? परमेश्वर तो मिलिया। आमीन। आमीन। मुक्ति किहदे तो मिली? परमेश्वर। परमेश्वर तो। तुसी अपने आप ते नहीं हो, तुसी ते मुल नाल लए होए हो। आमीन। यानी कि परमेश्वर ने तुहाडी कीमत दित्ती है, क्रूस के उत्ते चढ़िया ते उन्हें तुहाडा मुल तार दिता ते हुण तुसी अपने आप दे नहीं हो, परमेश्वर दे हो। आमीन। ते इस इमारत नूं उन्हें कद बनाया? इस इमारत नूं उदों बनाया जब आदम नूं उसने मिट्टी तो रचिया और उहदे अंदर अपना श्वास फूकिया ते वो आदम जिउंदी जान हो गया। ते वो आदम जिहड़ा सीगा वर्शिप करन वाला सीगा, परमेश्वर दी आज्ञा नूं मनण वाला सीगा। आदम और हवा दोवें खुदा दी इबादत करने वाले सगे, लेकिन इमारत डिग पई और जिहड़ा वैरी मैं तुहानूं
ਦੱਸਿਆ ਸੀਗਾ ਸ਼ੁਰੂਆਤ ਦੇ ਵਿੱਚ ਉਹਨ ਆ ਕੇ ਝਾਤੀ ਮਾਰੀ, ਉਹ ਅਦਨ ਵਾਟਿਕਾ ਚ ਚਲੇ ਗਿਆ। ਉਸਨੇ ਕਿਹਾ ਆ ਆਦਮ ਔਰ ਆ ਹਵਾ, ਪਰਮੇਸ਼ਵਰ ਇਹਨਾਂ ਨਾਲ ਗੱਲਾਂ ਕਰਦਾ ਹੈ, ਪਰਮੇਸ਼ਵਰ ਇਹਨਾਂ ਦੇ ਵਿੱਚ ਆ ਕੇ ਵਾਸ ਕਰਦਾ ਆ। ਔਰ ਉਹਦੀ ਸਟੋਰੀ ਦੇ ਬਾਰੇ ਤੁਹਾਨੂੰ ਸਾਰਾ ਪਤਾ ਆ, ਲੇਕਿਨ ਮੈਂ ਸਟੋਰੀ ਨਹੀਂ ਦੱਸ ਰਿਹਾ ਤੁਹਾਨੂੰ, ਮੈਂ ਕੇਵਲ ਮਾੜਾ ਜਿਹਾ ਜਾਂਦੇ ਜਾਂਦੇ ਇਸ ਗੱਲ ਦੇ ਬਾਰੇ ਤੁਹਾਨੂੰ ਪੁੱਛੇਗਾ। ਪਰਮੇਸ਼ਵਰ ਨੇ ਉਹਨਾਂ ਨੂੰ ਅਦਨ ਵਾਟਿਕਾ ਚੋਂ ਬਾਹਰ ਕੱਢ ਦਿੱਤਾ, ਔਰ ਜਿਹੜਾ ਲੂਸੀਫਰ ਸੀਗਾ ਉਹਨੇ ਅਦਨ ਵਾਟਿਕਾ ਚੋਂ ਉਹਨਾਂ ਨੂੰ ਬਾਹਰ ਕਢਾ ਦਿੱਤਾ। ਪਰਮੇਸ਼ਵਰ ਦੀ ਇਮਾਰਤ ਡਿੱਗ ਪਈ, ਪਰਮੇਸ਼ਵਰ ਦਾ ਮੰਦਰ ਜਿਹੜਾ ਖਰਾਬ ਹੋ ਗਿਆ। ਤੇ ਜਦ ਅਸੀਂ ਪ੍ਰਾਂਤੀਆਂ ਦੇ ਵਿੱਚ ਪੜ੍ਹਦੇ ਆ ਤੇ ਉੱਥੇ ਲਿਖਿਆ ਆ, ਪੜ੍ਹੋ ਅੱਗੇ ਜਰਾ ਜੀ। ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ। ਤੁਸੀਂ ਆਪਣੇ ਆਪ ਦੇ ਨਹੀਂ ਹੋ। ਇਸ ਗੱਲ ਨੂੰ ਥੋੜਾ ਜਿਹਾ ਯਾਦ ਕਰੋ, ਤੁਸੀਂ ਕਿਹਦੇ ਹੋ? ਆਪਣੇ ਆਪ ਦੇ ਨਹੀਂ ਹੋ। ਫਿਰ ਕਿਸੇ ਨੇ ਤੁਹਾਨੂੰ ਕੀ ਲੈ ਲਿਆ ਜੀ? ਤੇ ਜਦ ਤੁਹਾਨੂੰ ਮੁੱਲ ਲੈ ਲਿਆ ਤੇ ਤੁਸੀਂ ਉਹਦੇ ਹੋ। ਪਰ ਜੇ ਤੁਸੀਂ ਉਹਦੀ ਆਗਿਆਕਾਰੀ ਨਹੀਂ ਮੰਨਦੇ ਹੋ ਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਾਸ ਨਹੀਂ ਕਰਦਾ ਹੈ। ਜੇ ਪਰਮੇਸ਼ਵਰ ਦਾ ਆਤਮਾ ਨਹੀਂ ਤੁਹਾਡੇ ਵਿੱਚ ਰਹਿੰਦਾ ਤੇ ਫਿਰ ਕਿਸੇ ਹੋਰ ਦਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ। ਉਹ ਲੂਸੀਫਰ ਔਰ ਇੱਕ ਤੋਂ ਜਦ ਪਿੱਛੇ ਆਪਾਂ ਪੜਿਆ ਤਾਂ ਜਿਹਦੇ ਵਿੱਚ ਪਰਮੇਸ਼ਵਰ ਦਾ ਆਤਮਾ ਰਹਿੰਦਾ ਆ ਉਹ ਹੀ ਪਰਮੇਸ਼ਵਰ ਦਾ ਆ। ਜਿਹਦੇ ਵਿੱਚ ਪਰਮੇਸ਼ਵਰ ਦਾ ਆਤਮਾ ਨਹੀਂ ਉਹ ਪਰਮੇਸ਼ਵਰ ਦਾ ਹੈ ਨਹੀਂ ਹੈ। ਤੁਸੀਂ ਰੱਬ ਦੇ ਮੰਦਰ ਹੋ, ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ। ਤੁਸੀਂ ਆਰਾਧਿਕ ਹੋ, ਪਰਮੇਸ਼ਵਰ ਤੁਹਾਡੇ ਵਿੱਚ ਆ ਕੇ ਡੇਰਾ ਲਾਉਂਦਾ ਆ, ਤੁਹਾਡੇ ਵਿੱਚ ਆ ਕੇ ਨਿਵਾਸ ਸਥਾਨ ਬਣਾਉਂਦਾ ਆ, ਹੈ ਨਾ? ਕਿ ਆਪਣੇ ਜੀਵਨ ਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਜਾਂਚ ਕੇ ਪਰਖ ਕੇ ਥੋੜਾ ਦੇਖ ਲਓ, ਕਿੰਨੇ ਕਸੀ ਸੱਚੇ ਆ ਤੇ ਕਿੰਨੇ ਕਸੀ ਝੂਠੇ ਆ, ਕਿੰਨੇ ਕਸੀ ਆਰਾਧਿਕ ਆ ਔਰ ਕਿੰਨਾ ਕਸੀ ਪਰਮੇਸ਼ਵਰ ਦੀ ਆਗਿਆ ਨੂੰ ਮੰਨਣ ਵਾਲੇ ਆ। ਅੱਛਾ ਪੜੋ ਜਰਾ ਅੱਗੇ। ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ਵਰ ਦੀ ਵਡਿਆਈ ਕਰੋ। ਆਪਣੀ ਦੇਹ ਦੇ ਨਾਲ ਪਰਮੇਸ਼ਵਰ ਦੀ ਵਡਿਆਈ ਕਰੋ। ਆਮੀਨ। ਜਿੰਨੇ ਦਿਨ ਤੁਸੀਂ ਭਾਈ ਇਸ ਧਰਤੀ ਦੇ ਉੱਤੇ ਹੋ, ਜਿੰਨੇ ਦਿਨ ਤੁਸੀਂ ਇਸ ਦੁਨੀਆ ਦੇ ਵਿੱਚ ਹੋ, ਤੇ ਆਪਣੀ ਦੇਹ ਦੇ ਨਾਲ ਪਰਮੇਸ਼ਵਰ ਦੀ ਪ੍ਰਸ਼ੰਸਾ ਕਰੋ। ਆਮੀਨ। ਯਾਨੀ ਕਿ ਇਹ ਦੇਹ ਜਿਹੜੀ ਆ ਇਹ ਪਰਮੇਸ਼ਵਰ ਦੀ ਇਮਾਰਤ ਆ, ਇਹਦੇ ਵਿੱਚ ਆ ਕੇ ਪਰਮੇਸ਼ਵਰ ਦਾ ਆਤਮਾ ਵਸਦਾ ਆ। ਆਮੀਨ। ਉਹਨੇ ਤੁਹਾਡੇ ਵਿੱਚ ਆ ਕੇ ਡੇਰਾ ਲਾਇਆ ਆ ਔਰ ਉਹਨੇ ਆਪਣਾ ਨਿਵਾਸ ਸਥਾਨ ਤੁਹਾਡੇ ਵਿੱਚ ਬਣਾਇਆ ਹੈ। ਆਮੀਨ। ਤੇ ਜੇ ਇਮਾਰਤ ਕਾਇਮ ਨਹੀਂ ਰਹਿੰਦੀ, ਜੇ ਇਮਾਰਤ ਡਿੱਗੀ ਹੋਈ ਆ, ਖੁਦਾ ਦਾ ਰੂਹ ਤੁਹਾਡੇ ਵਿੱਚ ਕਿੱਥੇ ਆ? ਖੁਦਾ ਕਿੱਥੇ ਆ ਤੁਹਾਡੇ ਵਿੱਚ? ਅੱਜ ਤੁਹਾਡੇ ਕੋਲ ਮੌਕਾ ਆ, ਅੱਜ ਤੁਹਾਡੇ ਕੋਲ ਸਮੇਂ ਆ, ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਚਲੋ, ਝੁਕੋ, ਪਰਮੇਸ਼ਵਰ ਦੇ ਸਾਹਮਣੇ ਮੰਨੋ, ਆਪਣੀਆਂ ਗਲਤੀਆਂ ਔਰ ਆਪਣੇ ਗੁਨਾਹਾਂ ਨੂੰ ਛੱਡ ਦਿਓ, ਕਿਉਂਕਿ ਅਸੀਂ ਜਗਤ ਦੇ ਅੰਤ ਦੇ ਵਿੱਚ ਜਾ ਪਹੁੰਚੇ। ਔਰ ਆਪਣੇ ਗੁਨਾਹ ਦਾ ਔਰ ਆਪਣੇ ਪਾਪਾਂ ਦਾ ਇਕਰਾਰ ਕਰੀਏ, ਛੱਡ ਦਈਏ। ਤੁਸੀਂ ਪਰਮੇਸ਼ਵਰ ਦਾ ਮੰਦਰ, ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ। ਔਰ ਜਦ ਤੁਹਾਡਾ ਸ਼ਤਰੂ ਛਾਤੀ ਮਾਰੇ ਤੇ ਤੁਹਾਡੇ ਅੰਦਰ ਵਰਸ਼ਿਪ ਹੋਵੇ। ਆਮੀਨ। ਯਾਨੀ ਕਿ ਤੁਹਾਡੇ ਅੰਦਰ ਪਾਕ ਰੂਹ ਦੀ ਅੱਗ ਜਲਦੀ ਹੋਵੇ। ਜਦ ਤੁਹਾਡੇ ਅੰਦਰ ਵਰਸ਼ਿਪ ਹੋਵੇਗੀ, ਜਦ ਤੁਹਾਡੇ ਅੰਦਰ ਆਰਾਧਨਾ ਹੋਵੇਗੀ, ਜਦ ਤੁਹਾਡੇ ਅੰਦਰ ਪ੍ਰਾਰਥਨਾ ਹੋਵੇਗੀ, ਜਦ ਤੁਹਾਡੇ ਅੰਦਰ ਸ਼ੁੱਧਤਾ ਹੋਵੇਗੀ, ਜਦ ਤੁਹਾਡੇ ਅੰਦਰ ਪਵਿੱਤਰਤਾ ਹੋਵੇਗੀ, ਤੇ ਪਰਮੇਸ਼ਵਰ ਦਾ ਰੂਹ ਤੁਹਾਡੇ ਸਿਰ ਤੋਂ ਲੈ ਕੇ ਤੁਹਾਡੇ ਪੈਰਾਂ ਤੱਕ, ਤੁਹਾਡੇ ਸਰੀਰ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰੇਗਾ। ਆਮੀਨ। ਔਰ ਇੱਥੇ ਆਖਰੀ ਲਾਈਨ ਦੇ ਵਿੱਚ ਇਹੋ ਹੀ ਲਿਖਿਆ ਹੋਇਆ ਆ, ਕਹਿ ਰਿਹਾ ਆ, ਆਪਣੀ ਦੇਹ ਨਾਲ ਪਰਮੇਸ਼ਵਰ ਦੀ ਵਡਿਆਈ ਕਰੋ। ਆਮੀਨ। ਕਾਹਦੇ ਨਾਲ ਵਡਿਆਈ ਕਰੋ? ਦੇਹ ਨਾਲ। ਆਪਣੀ ਦੇਹ ਨਾਲ। ਯਾਨੀ ਕਿ ਜੇ ਸਰੀਰ ਦੇ ਵਿੱਚ ਤੁਸੀਂ ਰਹਿੰਦੇ ਹੋ, ਉਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਵਰ ਦੀ ਵਡਿਆਈ ਕਰੋ। ਕਿਉਂਕਿ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਦੇ ਉੱਤੇ ਬਣਾਇਆ ਆ, ਆਪਣੀ ਮਹਿਮਾ ਕਰਨ ਵਾਸਤੇ। ਆਮੀਨ।
आमीन ਇੱਕ ਆਇਤ ਆਪਾਂ ਹੋਰ ਥੋੜਾ ਵੇਖ ਲਈਏ। ਪਹਿਲਾ ਕੁਰਿੰਥੀਆਂ 3 ਅਧਿਆਏ ਔਰ ਉਹਦਾ ਥੋੜਾ 17ਵਾਂ ਵਚਨ ਆਪਾਂ ਥੋੜਾ ਧਿਆਨ ਕਰ ਲਈਏ। ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇ ਤਾਂ ਉਹ ਪਰਮੇਸ਼ਰ ਦਾ ਨਾਸ਼ ਕਰੇਗਾ। ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ਼ ਕਰੇ ਤੇ ਪਰਮੇਸ਼ਵਰ ਵੀ ਉਹਦਾ ਕੀ ਕਰੇਗਾ ਜੀ? ਨਾਸ਼ ਕਰੇਗਾ। ਪੜੋ ਫਿਰ ਬਾਰ ਇੱਕ ਵਾਰ। ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਰ ਉਹਦਾ ਨਾਸ਼ ਕਰੇਗਾ। ਪਰਮੇਸ਼ਵਰ ਉਹਦਾ ਨਾਸ਼ ਕਰੇਗਾ ਕਿਉਂ ਜੋ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ। ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ। ਹਾਂਜੀ, ਅਤੇ ਇਹੋ ਤੁਸੀਂ ਹੋ। ਇਹ ਤੁਸੀਂ। ਇਹ ਕੌਣ ਆ ਜੀ? ਤੁਸੀਂ। ਆਮੀਨ। ਤੇ ਜੇ ਖੁਦਾ ਦਾ ਰੂਹ ਤੁਹਾਡੇ ਵਿੱਚ ਵਾਸ ਕਰਦਾ ਹੈ ਔਰ ਜੇ ਪਵਿੱਤਰ ਹੈਕਲ ਤੁਸੀਂ ਹੋ ਤੇ ਫਿਰ ਕੀ ਕਰੋ? ਇਸ ਇਮਾਰਤ ਦੀ ਰਾਖੀ ਕਰੋ ਜਿੰਨੇ ਦਿਨ ਤੁਸੀਂ ਇਸ ਸ਼ਰੀਰ ਦੇ ਵਿੱਚ ਹੋ। ਆਮੀਨ। आमीन ਇਸ ਇਮਾਰਤ ਦੀ ਕੀ ਕਰੋ ਜੀ? ਰਾਖੀ ਕਰੋ ਜਿੰਨੇ ਦਿਨ ਤੁਸੀਂ ਹੋ। ਆਮੀਨ। ਕਿਉਂਕਿ ਤੁਸੀਂ ਪਾਪ ਦੇ ਵਿੱਚ, ਈਮਾਨ ਦੇ ਵਿੱਚ ਡਿੱਗ ਨਾ ਪਓ। ਆਮੀਨ। आमीन ਰਾਖੀ ਕਿੱਦਾਂ ਕਰਨੀ ਹੈ? ਆਪਾਂ ਇੱਕ ਗੱਲ ਨੂੰ ਥੋੜਾ ਸਿੱਖ ਲਈਏ। ਪੜ੍ਹੀਏ ਲੂਕਾ ਦੀ ਇੰਜੀਲ 11ਵਾਂ ਅਧਿਆਏ। ਆਪਾਂ ਇੱਕ ਲਾਸਟ ਗੱਲ ਥੋੜਾ ਸਿੱਖ ਲਈਏ ਕਿ ਰਾਖੀ ਕਿੱਦਾਂ ਕਰਨੀ ਹੈ ਆਪਾਂ। ਔਰ ਇੱਕ ਲਫ਼ਜ਼ ਥੋੜਾ ਬੇਟਾ ਧਿਆਨ ਨਾਲ ਆਪਾਂ ਪੜ੍ਹਨਾ ਇੱਥੇ, ਕਿਉਂਕਿ ਬਹੁਤ ਇੰਪੋਰਟੈਂਟ ਹੈ। ਔਰ ਮੈਂ ਚਾਹ ਰਿਹਾ ਕਿ ਇਸ ਇਮਾਰਤ ਦੀ ਰਾਖੀ ਕਰਨ ਦੇ ਲਈ ਵੀ ਸਾਡੇ ਕੋਲ ਕੋਈ ਤਰੀਕਾ, ਕੋਈ ਢੰਗ ਹੋਣਾ ਚਾਹੀਦਾ। ਪੜੋ। ਜਦ ਕੋਈ ਚੋਰਾਬਾਰ ਹਥਿਆਰ ਬੰਨੀ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਹਦਾ ਮਾਲ ਬਚਿਆ ਰਹਿੰਦਾ ਹੈ। ਆਮੀਨ। ਮਿੱਤਰਤਾ ਦੀ ਰਾਖੀ ਕਰੋ, ਆਪਣੇ ਜੀਵਨ ਦੀ ਰਾਖੀ ਕਰੋ, ਆਪਣੀ ਬੋਲੀ ਦੀ ਰਾਖੀ ਕਰੋ। ਤੁਹਾਡੇ ਬੁੱਲ ਜਿਹੜੇ ਆ ਅਨਰਥ ਵਿਅਰਥ ਦੀਆਂ ਗੱਲਾਂ ਤਾਂ ਨਹੀਂ ਬੋਲਦੇ। ਤੁਹਾਡੇ ਕੰਨ ਅਨਰਥ ਵਿਅਰਥ ਦੀਆਂ ਗੱਲਾਂ ਤਾਂ ਨਹੀਂ ਸੁਣਦੇ। ਤੁਹਾਡਾ ਮਨ ਜਿਹੜਾ ਆ ਅਨਰਥ ਵਿਅਰਥ ਦੀਆਂ ਗੱਲਾਂ ਤਾਂ ਨਹੀਂ ਕਰਦਾ। ਤੁਹਾਡੀ ਜ਼ੁਬਾਨ ਜਿਹੜੀ ਖੁਦਾ ਦੀ ਇਬਾਦਤ ਕਰਦੀ ਆ ਉਹ ਕਿੰਨੀ ਕਿ ਨਿੰਦਿਆ ਔਰ ਕਿੰਨੀ ਕਿ ਚੁਗਲੀ ਕਰਦੀ। ਪਲ ਵਿੱਚ ਮਾਸਾ, ਪਲ ਵਿੱਚ ਤੋਲਾ ਹੋ ਜਾਂਦੀ ਹੈ। ਪਲ ਵਿੱਚ ਉਹ ਰੱਬ ਦੀ ਵਡਿਆਈ ਕਰਨ ਵਾਲੀ ਹੁੰਦੀ ਹੈ ਤੇ ਪਲ ਦੇ ਵਿੱਚ ਹੀ ਉਹ ਘਟੀਆ ਗੱਲਾਂ ਕਰਨਾ ਸ਼ੁਰੂ ਕਰ ਦਿੰਦੀ। ਤੇ ਜ਼ੁਬਾਨ ਕਾਹਦੇ ਵਿੱਚ ਜੁੜੀ ਹੋਈ ਆ? ਸਾਡੇ ਸਰੀਰ ਦੇ ਵਿੱਚ। ਕੰਨ ਕਾਹਦੇ ਵਿੱਚ ਜੁੜੇ ਹੋਏ ਆ? ਸਾਡੇ ਸਰੀਰ ਦੇ ਵਿੱਚ। ਬਈ ਅਸੀਂ ਬੁਰੀਆਂ ਕਹਾਣੀਆਂ ਤੇ ਬੁਰੀਆਂ ਗੱਲਾਂ ਦੇ ਵੱਲ ਨਾ ਕੰਨ ਲਾਈਏ ਔਰ ਅੱਖਾਂ ਸਾਡੇ ਸਰੀਰ ਦੇ ਵਿੱਚ ਜੁੜੀਆਂ ਹੋਈਆਂ ਆ ਬੁਰੀਆਂ ਗੱਲਾਂ ਦੇ ਉੱਤੇ ਤੇ ਬੁਰੀਆਂ ਕੰਮਾਂ ਦੇ ਵੱਲ ਨੂੰ ਅਸੀਂ ਨਾ ਵੇਖੀਏ। ਤੇ ਸਾਡੇ ਬੁੱਲ ਜਿਹੜੇ ਕੁਫਰ ਦੀਆਂ ਗੱਲਾਂ ਨਾ ਬਕਣ। ਸਾਡੇ ਬੁੱਲ ਜਿਹੜੇ ਇਬਾਦਤ ਕਰਨ ਵਾਲੇ ਆ, ਸਾਡੇ ਬੁੱਲ ਜਿਹੜੇ ਆ ਸਿਮਰਨ ਕਰਨ ਵਾਲੇ ਆ, ਸਾਡੇ ਬੁੱਲ ਜਿਹੜੇ ਆ ਪਰਮੇਸ਼ਵਰ ਦੀ ਸਤਾਇਸ਼ ਕਰਨ ਵਾਲੇ ਆ। ਵੀ ਆਰ ਵੀ ਟੈਂਪਲ ਆਫ ਗॉड। ਜੇ ਤੁਸੀਂ ਰੱਬ ਦੇ ਮੰਦਰ ਹੋ ਤੇ ਤੁਸੀਂ ਆਪਣੇ ਸਰੀਰ ਦੀ ਵੀ ਰਾਖੀ ਕਰਨੀ ਹੈ। ਤੁਹਾਡਾ ਹੱਥ ਜਿਹੜਾ ਆ ਉਹ ਬੁਰਾਈ ਵੱਲ ਨਾ ਵਧੇ ਤੇ ਤੁਹਾਡੇ ਪੈਰ ਜਿਹੜੇ ਆ ਬੁਰਾਈ ਦੇ ਕੰਮ ਵੱਲ ਨੂੰ ਨਾ ਤੁਰਨ। ਤੇ ਤੁਹਾਡਾ ਦਿਲ ਜਿਹੜਾ ਆ ਉਹ ਧੋਖੇਬਾਜ਼ ਤੇ ਪੁੱਜ ਕੇ ਖਰਾਬ ਆ। ਤੇ ਦਿਲ ਤੇ ਵੀ ਕੀ ਕਰਨਾ ਜੀ? ਥੋੜਾ ਕੰਟਰੋਲ ਕਰਨਾ। ਬੈਠਾ ਤਾਂ ਇੱਥੇ ਆ ਪਰ ਗੱਲਾਂ ਕੁਛ ਹੋਰ ਹੀ ਸੋਚਦਾ। ਰਾਖੀ ਇਹਨਾਂ ਚੀਜ਼ਾਂ ਦੀ ਕਰਨੀ। ਬਈ ਤੁਸੀਂ ਤੌਬਾ ਤਾਂ ਕਰ ਲਈ, ਬਪਤਿਸਮਾ ਤਾਂ ਲੈ ਲਿਆ, ਪਾਕ ਰੂਹ ਵੀ ਪਾ ਲਿਆ ਔਰ ਪਾਕ ਰੂਹ ਦਾ ਮਸਾ ਵੀ ਤੁਹਾਡੇ ਵਿੱਚ ਆ ਗਿਆ। ਗੈਰ ਜ਼ੁਬਾਨ ਵੀ ਤੁਸੀਂ ਪਾ ਲਈ। ਤੁਸੀਂ ਦਰਸ਼ਨ ਵੇਖਣ ਵਾਲੇ ਵੀ ਬਣ ਗਏ। ਤੁਸੀਂ ਪਰਮੇਸ਼ਵਰ ਦੇ ਬਾਣੀ ਨੂੰ ਸੁਣਨ ਵਾਲੇ ਔਰ ਦੱਸਣ ਵਾਲੇ ਵੀ ਬਣ ਗਏ। ਤੁਸੀਂ ਉਸ ਇਮਾਰਤ ਦੀ ਰਾਖੀ ਕੀਤੀ। ਜੇ ਤੁਸੀਂ ਉਸ ਇਮਾਰਤ ਦੀ ਰਾਖੀ ਨਹੀਂ ਕੀਤੀ ਨਾ ਤੇ ਡਿੱਗੇ ਹੋ। ਉਸ ਇਮਾਰਤ 'ਚ ਖੁਦਾ ਦੀ ਪ੍ਰਸ਼ੰਸਾ ਹੁੰਦੀ ਰਹਿਣੀ ਚਾਹੀਦੀ ਹੈ। ਤੁਹਾਡੀ ਜ਼ੁਬਾਨ ਜਿਹੜੀ ਆ ਨਿੰਦਿਆ ਔਰ ਚੁਗਲੀ ਕਰਨ ਵਾਲੀ ਨਹੀਂ ਹੋਣੀ ਚਾਹੀਦੀ।
ਤੁਹਾਡੀ ਜ਼ੁਬਾਨ ਜਿਹੜੀ ਆ ਖੁਦਾ ਦੀ ਸਿਤਾਇਸ਼ ਕਰਨ ਵਾਲੀ ਚਾਹੀਦੀ ਆ, ਕਿਉਂਕਿ ਅਸੀਂ ਬਾਣੀ ਨੂੰ ਕਹਿੰਦੇ ਆ ਅੰਮ੍ਰਿਤ ਆ। ਉਹ ਬਈ ਅੰਮ੍ਰਿਤ ਆ, ਜੇ ਤੁਸੀਂ ਸਿਮਰਨ ਕਰਦੇ ਹੋ ਤਾਂ ਤੁਹਾਡੀ ਜ਼ੁਬਾਨ ਜਿਹੜੀ ਅੰਮ੍ਰਿਤ ਆ। ਇਸ ਜ਼ੁਬਾਨ ਦੇ ਨਾਲ ਬੁਰੀਆਂ ਤੇ ਘਟੀਆ ਸੋਚਾਂ ਤੇ ਗੱਲਾਂ ਕਿਉਂ ਕਰਦੇ ਹੋ? ਜੋ ਬੀਜਦਾ ਸੋ ਵੱਢੇਗਾ। ਤੁਸੀਂ ਇਸ ਬਾਰੇ ਜਾਣਦੇ ਹੋ, ਜੋ ਇਨਸਾਨ ਬੀਜਦਾ ਸੋ ਵੱਢਦਾ ਆ। ਤੁਸੀਂ ਕਿਸੇ ਦਾ ਨਿਆਂ ਕਿਉਂ ਕਰੋ? ਜਿਹੜਾ ਇਨਸਾਨ ਜੋ ਬੀਜਦਾ ਉਹ ਵੱਢੂਗਾ। ਜੋ ਤੁਹਾਡੇ ਪ੍ਰਤੀ ਬੋਲਦਾ ਆ ਉਹਨੂੰ ਬੋਲਣ ਦਿਓ। ਪਰ ਤੁਸੀਂ ਤਾਂ ਇਬਾਦਤ ਕਰਨ ਵਾਲੇ ਹੋ, ਤੁਹਾਡੇ ਅੰਦਰ ਪਰਮੇਸ਼ਵਰ ਦਾ ਆਤਮਾ ਵਸਦਾ ਆ। ਤੁਸੀਂ ਪਰਮੇਸ਼ਵਰ ਦਾ ਭਜਨ ਕਰਨ ਵਾਲੇ ਹੋ, ਤੁਸੀਂ ਤਾਂ ਪਵਿੱਤਰਤਾ ਦੇ ਨਾਲ ਚੱਲਣ ਵਾਲੇ ਹੋ, ਤੁਸੀਂ ਤੇ ਪਵਿੱਤਰਤਾ ਦੇ ਰਸਤੇ ਦੇ ਉੱਤੇ ਚੱਲਣ ਵਾਲੇ ਹੋ। ਹਾਂਜੀ, ਪਰ ਤੁਸੀਂ ਆਪਣੇ ਪੈਰਾਂ ਦੀ ਰਾਖੀ ਨਾ ਕੀਤੀ, ਤੁਸੀਂ ਆਪਣੇ ਹੱਥਾਂ ਦੀ ਰਾਖੀ ਨਾ ਕੀਤੀ, ਤੁਸੀਂ ਆਪਣੇ ਦਿਲ ਦੇ ਉੱਤੇ ਕੰਟਰੋਲ ਨਾ ਕੀਤਾ, ਤੁਸੀਂ ਆਪਣੇ ਕੰਨਾਂ ਦੇ ਉੱਤੇ ਕੰਟਰੋਲ ਨਾ ਕੀਤਾ। ਤੁਸੀਂ ਆਪਣੀਆਂ ਅੱਖਾਂ ਦੇ ਉੱਤੇ ਕੰਟਰੋਲ ਨਾ ਕੀਤਾ, ਤੁਸੀਂ ਆਪਣੇ ਮਾਈਂਡ ਦੇ ਉੱਤੇ ਕੰਟਰੋਲ ਨਹੀਂ ਕੀਤਾ। ਅਸੀਂ ਦੂਜਿਆਂ ਤੇ ਕੰਟਰੋਲ ਕਰ ਰਹੇ ਹਾਂ। ਕੰਟਰੋਲ ਕਰੋ ਆਪਣੇ ਆਪ ਦੇ ਉੱਤੇ, ਹੈ ਨਾ। ਇਸ ਸਰੀਰ ਨੂੰ ਤੁਸੀਂ ਕੀ ਕਰੋ? ਜਕੜਬੰਦ ਪਾ ਦਿਓ। ਇਹ ਜ਼ੁਬਾਨ ਖੁਦਾ ਦੀ ਵਡਿਆਈ ਕਰਨ ਵਾਲੀ, ਸਿਮਰਨ ਕਰਨ ਵਾਲੀ ਆ। ਤੁਹਾਡੇ ਕੰਨ ਜਿਹੜੇ ਆ, ਮੈਂ ਇੱਕ ਬੰਦੇ ਦੇ ਬਾਰੇ ਸੁਣ ਰਿਹਾ ਸੀਗਾ ਔਰ ਉਸਨੇ ਮੈਨੂੰ ਆਖਿਆ, ਔਰ ਅੱਜ ਤੋਂ ਮੇਰੇ ਖਿਆਲ 1995 ਦੀ ਗੱਲ ਆ, ਔਰ ਜਦ ਮੈਂ ਉਹਦੇ ਨਾਲ ਗੱਡੀ ਦੇ ਵਿੱਚ ਬੈਠਿਆ ਤੇ ਉਸਨੇ ਮੈਨੂੰ ਆਖਿਆ, ਕਹਿੰਦਾ ਕਿ ਜਦ ਮੈਂ ਆਪਣੀ ਗੱਡੀ ਘਰੋਂ ਸਟਾਰਟ ਕਰਦਾ ਆ ਤੇ ਵਧੀਆ ਵਧੀਆ ਸ਼ਬਦ ਜਿਹੜੇ ਆ ਲਾ ਦਿੰਦਾ। ਮੇਰਾ ਮਨ ਬਹੁਤ ਖੁਸ਼ ਹੋਇਆ ਔਰ ਮੈਂ ਉਹਦੇ ਨਾਲ 2-2.5 ਘੰਟੇ ਦਾ ਸਫ਼ਰ ਕੀਤਾ। ਔਰ ਜਦ ਸਫ਼ਰ ਕੀਤਾ ਤੇ ਇਸੇ ਤਰ੍ਹਾਂ ਹੀ ਪਰਮੇਸ਼ਵਰ ਦੀ ਪ੍ਰਸ਼ੰਸਾ ਉਸ ਗੱਡੀ ਦੇ ਵਿੱਚ ਹੁੰਦੀ ਰਹੀ, ਉਹ ਸੁਣਦਾ ਰਿਹਾ। ਪਰ ਦੁੱਖ ਉਦੋਂ ਹੋਇਆ ਜਦ ਉਹ ਗੱਡੀ ਚੋਂ ਬਾਹਰ ਨਿਕਲਿਆ ਤੇ ਉਹਨ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਕੀ ਬੋਲਣੇ ਸ਼ੁਰੂ ਕਰ ਦਿੱਤੇ ਜੀ? ਉਹਨ ਅਪਸ਼ਬਦ ਬੋਲਣੇ, ਬੁਰੀਆਂ ਗੱਲਾਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ। ਤੇ ਬਾਈਬਲ ਦੱਸਦੀ ਹੈ, ਜੋ ਕੁਛ ਮਨੁੱਖ ਦੇ ਅੰਦਰੋਂ ਨਿਕਲਦਾ ਸੋ ਮਨੁੱਖ ਨੂੰ ਕੀ ਕਰਦਾ? ਭ੍ਰਿਸ਼ਟ ਕਰਦਾ ਹੈ। ਵੇਖਣ ਨੂੰ ਬਹੁਤ ਵਧੀਆ ਸੀਗਾ, ਔਰ ਜਦ ਉਹ ਅਪਸ਼ਬਦ ਬੋਲਣੇ ਸ਼ੁਰੂ ਕੀਤੇ ਤਾਂ ਮੈਂ ਸੋਚ ਰਿਹਾ ਸੀਗਾ ਕਿ ਆਦਮੀ ਕਿੰਨਾ ਕੁ ਧਰਮੀ ਹੋਊਗਾ ਜਾਂ ਕਿੰਨਾ ਕੁ ਪਵਿੱਤਰ ਹੋਵੇਗਾ, ਕਿਉਂਕਿ ਮਨੁੱਖ ਦੇ ਕੰਮ ਜਿਹੜੇ ਆ ਦੱਸ ਦਿੰਦੇ ਆ ਉਹ ਕਿੰਨਾ ਕੁ ਧਰਮੀ ਆ ਤੇ ਕਿੰਨਾ ਕੁ ਪਾਪੀ ਆ। ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਆ। ਜਦ ਉਹ ਆਪਣਾ ਮੂੰਹ ਖੋਲਦਾ ਆ ਜਾਂ ਉਹ ਆਪਣਾ ਕੰਮ ਕਰਦਾ ਆ, ਉਸੇ ਤੋਂ ਹੀ ਪਤਾ ਲੱਗ ਜਾਂਦਾ ਕਿ ਉਹ ਕਿੰਨਾ ਕੁ ਧਰਮੀ ਆ ਤੇ ਕਿੰਨਾ ਕੁ ਪਾਪੀ ਆ। ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਤੁਹਾਨੂੰ ਦੱਸਣ, ਤੁਸੀਂ ਆਪ ਹੀ ਬਿਹਤਰ ਜਾਣੋ, ਕਿਸੇ ਦੀ ਨਹੀਂ। ਕੀ ਕਰੋ? ਆਪਣੇ ਆਪ ਦੀ ਰਾਖੀ ਕਰੋ, ਕਿਉਂਕਿ ਤੁਸੀਂ ਭਾਈ ਮੁੱਲ ਨਾਲ ਲਏ ਹੋਏ ਆ ਔਰ ਤੁਸੀਂ ਪਰਮੇਸ਼ਵਰ ਦਾ ਮੰਦਰ ਹੋ। ਆਮੀਨ। ਆਮੀਨ। ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ। ਆਮੀਨ। ਜੇ ਖੁਦਾ ਦਾ ਰੂਹ ਤੁਹਾਡੇ ਵਿੱਚ ਵਾਸ ਕਰਦਾ ਆ ਤੇ ਤੁਸੀਂ ਅੱਜ ਤੋਂ ਹੀ ਪਵਿੱਤਰ ਸ਼ਬਦ ਨੂੰ ਸੁਣ ਕੇ ਕੰਟਰੋਲ ਕਰੋ। ਆਮੀਨ। ਆਮੀਨ। ਕੀ ਕਰੋ ਭਾਈ? ਕੰਟਰੋਲ ਕਰੋ। ਤੁਹਾਡੇ ਸਰੀਰ ਦੇ ਵਿੱਚ ਜਿੰਨੇ ਅੰਗ ਆ ਉਹਨਾਂ ਨੂੰ ਕੀ ਕਰੋ? ਕੰਟਰੋਲ ਕਰੋ। ਤੇ ਪੌਲਸ ਨੇ ਇੱਕ ਬਹੁਤ ਵਧੀਆ ਗੱਲ ਦੱਸੀ ਆ, ਸਰੀਰ ਦੇ ਵਿੱਚ ਕੋਈ ਕੰਡਾ ਵੀ ਚੁੱਭ ਜਾਂਦਾ ਤੇ ਸਾਰੇ ਸਰੀਰ ਨੂੰ ਦੁੱਖ ਹੁੰਦਾ ਹੈ ਨਾ। ਤੇ ਬਸ ਇਸੇ ਤੇ ਗੱਲ ਤੋਂ ਜਾਣ ਲਓ ਕਿ ਜੇ ਤੁਹਾਡੀ ਜ਼ੁਬਾਨ ਗੰਦੀ ਹੋ ਗਈ ਨਾ ਤੇ ਤੁਹਾਡਾ ਪੂਰਾ ਸਰੀਰ ਗੰਦਾ ਹੋ। ਜੇ ਤੁਸੀਂ ਗੰਦੇ ਵਚਨ ਜਾਂ ਗੰਦੀਆਂ ਗੱਲਾਂ ਸੁਣਨੀਆਂ ਸ਼ੁਰੂ ਕੀਤੀਆਂ ਜਾਂ ਗੰਦੀਆਂ ਤੇ ਖਿਆਲੀ ਕਹਾਣੀਆਂ ਸ਼ੁਰੂ ਕੀਤੀਆਂ ਤੇ ਉਹ ਤੁਹਾਡੇ ਸਰੀਰ 'ਚ ਗਈਆਂ ਤੇ ਪੂਰਾ ਸਰੀਰ ਹੀ ਕੀ ਹੋ ਗਿਆ? ਡੈਟੀ। ਤੇ ਜੇ ਤੁਹਾਡੇ ਦਿਲ ਦੇ ਵਿੱਚ ਬੁਰਾਈ ਪੈਦਾ ਹੋ ਗਈ
ਹਾਂਜੀ, ਤੇ ਪੂਰਾ ਸਰੀਰ ਹੀ ਕੀ ਹੋ ਗਿਆ? ਮੰਦਿਰ ਖਰਾਬ ਹੋ ਗਿਆ। ਪਰ ਜਦ ਕੋਈ ਜ਼ੋਰਾਵਰ ਹਥਿਆਰ ਬੰਨੀ ਆਪਣੇ ਘਰ ਦੀ ਰਖਵਾਲੀ ਕਰਦਾ ਹੈ, ਜਦ ਕੋਈ ਜ਼ੋਰਾਵਰ ਆਪਣੇ ਹਥਿਆਰ ਬੰਨੀ ਆਪਣੇ ਘਰ ਦੀ ਰਾਖੀ ਕਰਦਾ ਆ, ਤਾਂ ਉਹਦਾ ਮਾਲ ਵੇਚ ਲੈਂਦਾ ਹੈ। ਉਹਦਾ ਮਾਲ ਬਚਿਆ। ਯਾਨੀ ਕਿ ਜੇ ਤੁਸੀਂ ਆਪਣੀ ਇਮਾਰਤ ਦੀ ਔਰ ਆਪਣੇ ਆਪ ਦੀ ਰਾਖੀ ਕਰਦੇ ਹੋ ਤੇ ਤੁਸੀਂ ਪਵਿੱਤਰਤਾ ਦੇ ਵਿੱਚ ਬਣੇ, ਸ਼ੁੱਧਤਾ ਦੇ ਵਿੱਚ, ਈਮਾਨ ਦੇ ਵਿੱਚ ਬਣੇ। ਤੁਹਾਡੀਆਂ ਅਰਦਾਸਾਂ ਕੀਤੀਆਂ ਦਾ ਫਾਇਦਾ ਤਾਦਾ, ਤੁਹਾਡੇ ਦਾਨ ਦਿੱਤੇ ਦਾ ਫਾਇਦਾ ਤਾਦਾ, ਤੁਹਾਡੇ ਵਿਸ਼ਵਾਸ ਦਿੱਤੇ ਦਾ ਫਾਇਦਾ ਤਾਦਾ। ਪਰ ਜੇ ਤੁਸੀਂ ਰਾਖੀ ਨਹੀਂ ਕੀਤੀ ਇਮਾਰਤ ਦੀ, ਜੇ ਤੁਸੀਂ ਰਾਖੀ ਨਹੀਂ ਕੀਤੀ ਤੇ ਤੁਹਾਡਾ ਦਾਨ ਬੇਕਾਰ ਆ। ਹਾਂਜੀ, ਦੁਨੀਆ ਦੇ ਵਿੱਚ ਤੁਸੀਂ ਵਾਹ ਜ਼ਰੂਰ ਖੱਟੋਗੇ ਕਿ ਇੰਨਾ ਦਾਨ ਦੇ ਦਿੱਤਾ, ਇੰਨਾ ਵਿਸ਼ਵਾਸ ਦੇ ਦਿੱਤਾ, ਲੇਕਿਨ ਦੁਨੀਆਦਾਰੀ ਦੀ ਵਾਹ ਨਾ ਖੱਟੋ। ਪਰ ਜੇ ਤੁਸੀਂ ਆਪਣੇ ਸਰੀਰ ਦੀ ਰਾਖੀ ਕਰਦੇ ਔਰ ਇਹ ਸਾਰੇ ਕੰਮ ਕਰਦੇ ਤੇ ਤੁਹਾਡੇ ਲਈ ਦੁੱਗਣਾ ਆਸ਼ੀਸ਼ ਦਾ ਕਾਰਨ ਹੁੰਦਾ। ਆਮੀਨ। ਪਰ ਜੇ ਕੋਈ ਉਸ ਨਾਲ ਜ਼ੋਰਾਵਰ ਆਣ ਕੇ ਉਹਨੂੰ ਜਿੱਤ ਲਵੇ, ਜੇ ਕੋਈ ਉਸ ਤੋਂ ਵੀ ਤਾਕਤਵਰ, ਇੱਥੇ ਲਿਖਿਆ ਆ ਕਿ ਜਿਹੜਾ ਆਦਮੀ ਆਪਣੇ ਘਰ ਦੀ ਰਾਖੀ ਕਰਦਾ ਆ, ਜੇ ਉਹਦੇ ਤੋਂ ਵੀ ਤਾਕਤਵਰ ਇੱਕ ਆਦਮੀ ਆ ਜਾਵੇ ਤੇ ਉਹਨੂੰ ਉਹ ਬੰਨ ਲਊਗਾ ਤੇ ਉਹਦਾ ਸਾਰਾ ਮਾਲ ਲੁੱਟ ਲਊਗਾ, ਤੇ ਫਿਰ ਕੀ ਕਰੂਗਾ ਉਹ? ਪੜੋਗੇ ਤਾਂ ਉਹਦੇ ਸਾਰੇ ਹਥਿਆਰ ਜਿਨ੍ਹਾਂ ਉੱਤੇ ਉਹਦਾ ਮਾਣ ਸੀ ਖੋਹ ਲੈਂਦਾ ਅਤੇ ਉਹਦੀ ਲੁੱਟ ਵੰਡ ਦਿੰਦਾ ਹੈ। ਉਹਦੀ ਲੁੱਟ ਕੀ ਕਰ ਦਿੰਦਾ ਜੀ? ਉਹ ਵੰਡ। ਜੇ ਕੋਈ ਉਹਦੇ ਨਾਲੋਂ ਤਾਕਤਵਰ ਆ ਜਾਵੇ ਹਾਂਜੀ, ਤੇ ਉਹਦੇ ਮਾਲ ਨੂੰ ਔਰ ਉਹਦੇ ਹਥਿਆਰਾਂ ਨੂੰ ਕੀ ਕਰ ਲੈਂਦਾ ਜੀ? ਉਹ ਲੁੱਟ। ਤੇ ਲੁੱਟ ਦਾ ਮਾਲ ਉਹ ਕੀ ਕਰਦਾ? ਲੋਕਾਂ ਨੂੰ ਵੰਡ ਦਿੰਦਾ ਹੈ। ਯਾਨੀ ਕਿ ਜਿਹੜਾ ਤੁਹਾਡਾ ਸ਼ਤਰੂ ਆ, ਜਿਹਨੂੰ ਅਸੀਂ ਸ਼ੈਤਾਨ ਜਾਂ ਲੂਸੀਫਰ ਕਹਿੰਦੇ ਆ, ਜਿਹੜਾ ਤੁਹਾਡੇ ਆਤਮਿਕ ਜੀਵਨ ਦੇ ਉੱਤੇ ਆਕਰਮਣ ਕਰਦਾ ਹੈ, ਉਹ ਤੁਹਾਡੇ ਤੋਂ ਜ਼ੋਰਾਵਰ ਹੈ। ਪਰ ਤੁਸੀਂ ਉਹਦੇ ਤੋਂ ਜ਼ੋਰਾਵਰ ਤਦ ਬਣਦੇ ਆ ਜੇ ਯਿਸੂ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ। ਆਮੀਨ। ਤੁਸੀਂ ਯਿਸੂ ਦੀ ਆਤਮਾ ਦੇ ਨਾਲ ਜ਼ੋਰਾਵਰ ਹੋ, ਤੁਸੀਂ ਯਿਸੂ ਦੇ ਨਾਂ ਦੇ ਨਾਲ ਜ਼ੋਰਾਵਰ ਹੋ। ਯਿਸੂ ਦੇ ਨਾਂ ਦੇ ਕਾਰਨ ਹਰ ਅੰਧਕਾਰ ਦੀ ਸ਼ਕਤੀ, ਵੈਰੀ ਦੀਆਂ ਸਾਰੀਆਂ ਸ਼ਕਤੀਆਂ ਤੁਹਾਡੇ ਪੈਰਾਂ 'ਚ। ਆਮੀਨ। ਤੁਸੀਂ ਆਪ ਤਾਕਤ ਵਾਲੇ ਨਹੀਂ ਹੋ, ਆਪ ਸਮਰਥੀ ਨਹੀਂ ਹੋ। ਯਿਸੂ ਮਸੀਹ ਦੇ ਨਾਂ ਦੇ ਕਾਰਨ ਤੁਸੀਂ ਸਮਰਥ। ਜਿਹੜਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਆ, ਉਹਦੇ ਕਾਰਨ ਤੁਸੀਂ ਸਮਰਥੀ ਹੋ। ਤੇ ਇੱਥੇ ਉਹ ਦੋ ਗੱਲਾਂ ਦੱਸ ਰਿਹਾ ਆ। ਕਹਿੰਦਾ ਜੇ ਤੁਹਾਡੇ ਨਾਲ ਕੋਈ ਤਕੜਾ ਤੇ ਜ਼ੋਰਾਵਰ ਆ ਜਾਵੇ, ਉਹ ਤੁਹਾਡੇ ਮਾਲ ਨੂੰ ਲੁੱਟ ਲਊਗਾ, ਤੁਹਾਡੇ ਹਥਿਆਰਾਂ ਨੂੰ ਲੁੱਟ ਲਊਗਾ, ਤੇ ਲੁੱਟ ਦਾ ਮਾਲ ਉਹ ਦੂਜਿਆਂ ਦੇ ਵਿੱਚ ਵੰਡ ਤੇ ਘਰ ਦਾ ਸਤਿਆਨਾਸ਼ ਕਰੇਗਾ, ਪਰ ਤੁਹਾਡਾ ਵੀ ਸਤਿਆਨਾਸ਼ ਕਰੂਗਾ। ਇੱਕ ਲਫ਼ਜ਼ ਇੱਥੇ ਕਹਿਣਾ ਗਲਤ ਨਹੀਂ ਹੋਊਗਾ। ਕਹਿੰਦਾ ਸ਼ੈਤਾਨ ਬੁੱਕ ਦੇ ਸ਼ੀਂਹ ਦੇ ਵਾਂਗੂ ਫਿਰਦਾ, ਮੈਂ ਕਿਹਨੂੰ ਪਾੜ ਖਾਵਾਂ। ਤੁਸੀਂ ਯਿਸੂ ਦੀ ਆਤਮਾ ਦੇ ਵਿੱਚ ਦਲੇਰ ਬਣੋ ਤੇ ਯਿਸੂ ਦੀ ਆਤਮਾ ਦੇ ਵਿੱਚ ਤਕੜੇ ਹੋ ਤੇ ਆਪਣੇ ਆਪ ਦੀ ਤੇ ਪਵਿੱਤਰਤਾ ਦੀ ਔਰ ਪਾਕ ਰੂਹ ਦੀ ਸਾਮਰਥ ਦੇ ਨਾਲ ਭਰੋ ਤੇ ਆਪਣੇ ਆਪ ਦੀ ਰਾਖੀ ਕਰੋ। ਤੇ ਜੇ ਤੁਸੀਂ ਬੁਰੀਆਂ ਗੱਲਾਂ, ਬੁਰੇ ਕੰਮਾਂ ਦੇ ਵਿੱਚ ਖੁੱਬੇ ਹੋਏ ਆ ਤੇ ਫਿਰ ਪਰਮੇਸ਼ਵਰ ਦਾ ਰੂਹ ਤੁਹਾਡੇ ਵਿੱਚ ਹੈ। ਇਸ ਆਇਤ ਨੂੰ 2 ਵਾਰ 3 ਵਾਰ ਜ਼ਰੂਰ ਪੜੋ ਆਪਣੇ ਘਰ ਦੇ ਵਿੱਚ। ਔਰ ਜਿੰਨਾ ਵਚਨ ਅੱਜ ਸੁਸਮਾਚਾਰ ਦੱਸਿਆ ਗਿਆ ਆ, ਉਸ ਵਚਨ ਨੂੰ ਤੁਸੀਂ ਬਾਰ-ਬਾਰ ਪੜ੍ਹਨਾ ਔਰ ਤੁਹਾਨੂੰ ਇਸ ਗੱਲ ਦੇ ਬਾਰੇ ਚੰਗੀ ਤਰ੍ਹਾਂ ਸਮਝ ਆ ਜਾਏਗੀ, ਚੰਗੀ ਤਰ੍ਹਾਂ ਜਾਣਕਾਰੀ ਹੋ ਜਾਏਗੀ ਕਿ ਪਰਮੇਸ਼ਵਰ ਦਾ ਆਤਮਾ ਕਿਹਨਾਂ ਦੇ ਵਿੱਚ ਵਾਸ ਕਰਦਾ ਹੈ, ਕਿਹਨਾਂ ਦੇ ਲਈ ਆ, ਹੈ ਨਾ। ਤੁਸੀਂ ਕਿੱਦਾਂ ਉੱਤੇ ਜਿੱਤ ਪਾ ਸਕਦੇ ਆ ਸ਼ੈਤਾਨ ਤੇ, ਔਰ ਕਿੱਦਾਂ ਤੁਸੀਂ ਪ੍ਰਭੂ ਦੇ ਵਿੱਚ ਬਣੇ ਰਹਿ ਸਕਦੇ ਆ, ਔਰ ਕਿਵੇਂ ਤੁਸੀਂ ਇਸ ਇਮਾਰਤ ਦੀ ਰੱਖਿਆ ਕਰ ਸਕਦੇ ਹੋ। ਆਮੀਨ। ਔਰ ਇਸ ਵਚਨ ਦੇ ਨਾਲ ਆਮੀਨ। ਔਰ ਤੁਸੀਂ ਇਸ ਵਚਨ ਦੇ ਨਾਲ ਆਸ਼ੀਸ਼ਿਤ ਹੋ ਜਾਓ। ਆਮੀਨ।